ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਲ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਐਲਬਰਟਾ ਦੇ ਨਾਲ ਜੁੜੀ ਹੋਈ ਖਬਰ ਦੀ। ਮੰਤਰੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ। ਇਲਜ਼ਾਮ ਲਗਾਏ ਗਏ ਉਹਨਾਂ ਦੇ ਉੱਪਰ ਕਿ ਉਹ दारू ਪੀਂਦੇ ਨੇ ਤੇ ਕਈ ਵਾਰ ਉਹਨਾਂ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਵੀ दारू ਪੀਤੀ ਗਈ। ਸੋ ਇਸ ਮਾਮਲੇ ਬਾਰੇ ਅਸੀਂ ਤੁਹਾਡੇ ਤੋਂ ਵਧੇਰੇ ਜਾਣਕਾਰੀ ਹਾਸਲ ਕਰਨਾ ਚਾਹਾਂਗੇ। ਬਿਲਕੁਲ ਜੀ, ਅਲਬਰਟਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਐਗਰੀਕਲਚਰ ਤੇ ਫੋਰੈਸਟਰੀ ਮਿਨਿਸਟਰ ਜਿਹੜੇ ਸੀਗੇ ਡੇਵਿਨ ਦਰੀਸ਼ਨ, ਉਹਨਾਂ ਵੱਲੋਂ ਜਿਹੜਾ ਸੀ ਇਹ ਮਾਮਲਾ ਸਾਹਮਣੇ ਆਇਆ ਔਰ ਉਹਨਾਂ ਦੇ ਸਟਾਫ ਵੱਲੋਂ ਖਾਸ ਕਰਕੇ ਗੱਲ ਕਹੀ ਗਈ ਆ ਕਿ ਅਕਸਰ ਕਈ ਵਾਰ ਕਹਿੰਦੇ ਵੀ ਆਪਣੇ ਆਫਿਸ ਦੇ ਅੰਦਰ ਉਹ ਲੋਕ ਲਾ ਲੈਂਦੇ ਸੀ ਤਾਂ ਫਿਰ ਅੰਦਰ ਸ਼ਰਾਬ ਪੀਂਦੇ ਸੀਗੇ ਔਰ ਕਿਉਂਕਿ ਸ਼ਰਾਬ ਪੀਂਦਿਆਂ ਦਾ ਪਤਾ ਤਾਂ ਫਿਰ ਲੱਗ ਹੀ ਜਾਂਦਾ ਸੀ। ਔਰ ਇਹ ਵੀ ਦੋਸ਼ ਲੱਗਿਆ ਵੀ ਕਈ ਵਾਰ ਸ਼ਰਾਬ ਪੀ ਕੇ ਉਹ ਅਸੈਂਬਲੀ ਵਿੱਚ ਵੀ ਚਲੇ ਜਾਂਦੇ ਸੀ ਔਰ ਇੱਕ ਵਾਰ ਨਹੀਂ ਹੋਇਆ, ਕਈ ਵਾਰ ਜਿਹੜਾ ਇਹ ਹੋਇਆ ਔਰ ਲਗਾਤਾਰ ਇਹ ਸਿਲਸਿਲਾ ਚੱਲਦਾ ਸੀ। ਰੂਟੀਨ ਦੇ ਵਿੱਚ ਉਹ ਆਪਣੇ ਆਫਿਸ ਦੇ ਅੰਦਰ ਜਿਹੜਾ ਵਾ ਸ਼ਰਾਬ ਪੀਂਦੇ ਸੀ ਔਰ ਦੁਪਹਿਰ ਤੋਂ ਬਾਅਦ ਖਾਸ ਕਰਕੇ ਜਦੋਂ ਕਿ ਸ਼ਾਮ ਜੀ ਹੁੰਦੀ ਸੀ, ਕਹਿੰਦੇ ਨਾਲ ਹੀ ਉਹ ਆਪਣੇ ਆਫਿਸ ਦੇ ਅੰਦਰ ਹੀ ਬੋਤਲ ਜਿਹੜੀ ਆ ਉਹ ਖੋਹ ਲੈਂਦੇ ਸੀਗੇ। ਸੋ ਇਸ ਤੋਂ ਬਾਅਦ ਜਦੋਂ ਗੱਲ ਹੁਣ ਸਾਹਮਣੇ ਆਈ ਆ ਤੇ ਉਸ ਤੋਂ ਬਾਅਦ ਆਪਣਾ ਅਸਤੀਫਾ ਜਿਹੜਾ ਵਾ ਖੇਤੀਬਾੜੀ ਅਤੇ ਜਿਹੜੇ ਆ ਜੰਗਲਾਤ ਵਿਭਾਗ ਦੇ ਮੰਤਰੀ ਨੇ ਉਹ ਭੇਜ ਦਿੱਤਾ ਆ ਜੈਸਨ ਕੈਨੀ ਉਹਨਾਂ ਨੂੰ, ਪ੍ਰੀਮੀਅਰ ਨੂੰ, ਜੋ ਕਿ ਉਹਨਾਂ ਨੇ ਮਨਜ਼ੂਰ ਵੀ ਕਰ ਲਿਆ। ਸੋ ਉਹਨਾਂ ਦੀ ਥਾਂ ਤੇ ਹੁਣ ਦੇਖਦੇ ਆ ਕਿ ਉਹਨਾਂ ਦਾ ਕਾਰਜਭਾਰ ਕਿਸੇ ਹੋਰ ਨੂੰ ਸੰਭਾਲਿਆ ਜਾਂਦਾ ਜਾਂ ਫਿਰ ਹੋਰ ਕੋਈ ਨਵਾਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਂਦਾ ਆ। ਪਰ ਕਿਤੇ ਨਾ ਕਿਤੇ ਪੂਰੀ ਪਾਰਟੀ ਨੂੰ ਨੁਕਸਾਨ ਨਾ ਹੋਵੇ, ਸੋ ਇਸ ਕਰਕੇ ਅਸਤੀਫਾ ਦਿੱਤਾ ਗਿਆ। ਸੋ ਕਾਫੀ ਆਲੋਚਨਾ ਵੀ ਹੋ ਰਹੀ ਆ ਕਿਉਂਕਿ ਸਟਾਫ ਤੋਂ ਲੈ ਕੇ ਜਾਂ ਸਟਾਫ ਦੇ ਨਾਲ ਬਿਹੇਵ ਨੂੰ ਲੈ ਕੇ ਅਸੀਂ ਕੈਨੇਡਾ ਦੇ ਵਿੱਚ ਕਈ ਉਦਾਹਰਨਾਂ ਦੇਖ ਸਕਦੇ ਹਾਂ ਕਿ ਅਕਸਰ ਜਦੋਂ ਇਸ ਤਰੀਕੇ ਦੇ ਕੋਈ ਦੋਸ਼ ਲੱਗਦੇ ਆ ਤਾਂ ਉਹਦੇ ਵਿੱਚ ਅਕਸਰ ਫਿਰ ਅਸਤੀਫਾ ਜਿਹੜਾ ਉਹ ਦੇਣਾ ਹੀ ਪੈਂਦਾ। ਔਰ ਇੱਥੋਂ ਤੱਕ ਜੇਕਰ ਅਸੀਂ ਪਹਿਲੇ ਜਿਹੜੇ ਹੁਣ ਕੈਨੇਡਾ ਦੇ ਗਵਰਨਰ ਜਨਰਲ ਆ, ਜਿਹੜੇ ਇਹਨਾਂ ਤੋਂ ਠੀਕ ਪਹਿਲਾਂ ਕੈਨੇਡਾ ਦੇ ਗਵਰਨਰ ਜਨਰਲ ਸੀਗੇ, ਉਹਨਾਂ ਤੇ ਇਹ ਦੋਸ਼ ਲੱਗੇ ਸੀ ਕਿ ਉਹਨਾਂ ਦਾ ਜਿਹੜਾ ਵਤੀਰਾ ਆ ਆਪਣੇ ਸਟਾਫ ਨਾਲ ਉਹ ਕਾਫੀ ਮਾੜਾ ਸੀਗਾ, ਬਹੁਤ ਸਖਤ ਸ਼ਬਦ ਵੀ ਬੋਲਦੇ ਸੀ ਔਰ ਗੁੱਸੇ 'ਚ ਬੋਲਦੇ ਸੀਗੇ, ਜਿਸ ਤੋਂ ਬਾਅਦ ਕਈ ਸ਼ਿਕਾਇਤਾਂ ਹੋਈਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਸੋ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਾਂ ਕੈਨੇਡਾ ਦੇ ਵਿੱਚ ਹੈਗੀਆਂ ਨੇ। ਜੇਕਰ ਕਿਤੇ ਕੋਈ ਅਨਐਥੀਕਲ ਕੰਮ ਮਾੜਾ ਮੋਟਾ ਵੀ ਕੋਈ ਇਸ ਤਰੀਕੇ ਦਾ ਚੱਲਦਾ ਆ, ਜਿਸ ਤਰੀਕੇ ਨਾਲ ਇਹ ਸੀ ਕਿ ਹਾਲਾਂਕਿ ਕੁਝ ਲੋਕ ਸ਼ਰਾਬ ਪੀਣ ਨੂੰ ਕੋਈ ਬਹੁਤੀ ਵੱਡੀ ਗੱਲ ਜਿਹੜੀ ਉਹ ਨਹੀਂ ਮੰਨਦੇ, ਪਰ ਕਿਉਂਕਿ ਉਹ ਆਪਣੇ ਦਫ਼ਤਰ ਦੇ ਅੰਦਰ ਪੀਂਦੇ ਸੀਗੇ, ਆਪਣੀ ਡਿਊਟੀ ਦੇ ਟਾਈਮ ਜਿਹੜੀ ਉਹ ਸ਼ਰਾਬ ਜਿਹੜੀ ਉਹ ਪੀਂਦੇ ਸੀਗੇ, ਜਿਸ ਕਾਰਨ ਉਹਨਾਂ ਨੂੰ ਇਹ ਭੁਗਤਣਾ ਪਿਆ ਤੇ ਆਪਣੇ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਜੀ ਮਨਦੀਪ ਜੀ, ਇਸ ਸਮੇਂ ਫੈਡਰਲ ਬਿਲਡਿੰਗਸ ਦੇ ਉੱਪਰ ਜਿਹੜਾ ਕੈਨੇਡਾ ਦਾ ਝੰਡਾ ਲੱਗਿਆ ਉਸ ਨੂੰ ਅੱਧਾ ਝੁਕਾਇਆ ਗਿਆ ਹੈ, ਪਰ ਹੁਣ ਇਸ ਬਾਰੇ ਸਰਕਾਰ ਨੇ ਇੱਕ ਨਵੀਂ ਯੋਜਨਾ ਸਾਂਝੀ ਕੀਤੀ ਹੈ। ਦੱਸਿਆ ਗਿਆ ਹੈ ਕਿ ਕਦੋਂ ਇਸ ਨੂੰ ਰੇਜ਼ ਕੀਤਾ ਜਾਵੇਗਾ। ਸੋ ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਅਸੀਂ ਹਾਸਿਲ ਕਰਨਾ ਚਾਹਾਂਗੇ ਕਿ ਸਰਕਾਰ ਵੱਲੋਂ ਇਸ ਝੰਡੇ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ। ਬਿਲਕੁਲ ਜੀ, ਕਿਉਂਕਿ ਮਈ ਮਹੀਨੇ ਤੋਂ ਲੈ ਕੇ ਜੇਕਰ ਅਸੀਂ ਗੱਲ ਕਰੀਏ, ਮਈ ਮਹੀਨੇ ਵਿੱਚ ਉਹ ਖਬਰ ਸਾਹਮਣੇ ਆਈ ਸੀ ਜਿਹਦੇ ਵਿੱਚ ਬੇਨਾਮ ਜਿਹੜੀਆਂ ਕਬਰਾਂ ਸੀਗੀਆਂ ਉਹ ਮਿਲਣੀਆਂ ਸ਼ੁਰੂ ਹੋਈਆਂ ਸੀ ਰੈਜ਼ੀਡੈਂਟਲ ਸਕੂਲਾਂ ਤੋਂ। ਉਸ ਤੋਂ ਬਾਅਦ ਇੱਕ ਥਾਂ ਤੇ ਖੋਜ ਹੋਈ ਔਰ ਸਰਚ ਹੋਈ। ਉਸ ਤੋਂ ਬਾਅਦ ਉੱਥੇ ਵੀ BC ਤੋਂ ਬਾਅਦ, ਕਿਉਂਕਿ ਪਹਿਲੀ ਖਬਰ ਜਿਹੜੀ ਕੈਮਲੂਪਸ ਤੋਂ ਸਾਹਮਣੇ ਆਈ ਸੀ BC ਵਿੱਚ, ਉਸ ਤੋਂ ਫਿਰ ਹੋਰ ਵੀ ਥਾਵਾਂ ਤੇ ਖਬਰਾਂ ਸਾਹਮਣੇ ਆਈਆਂ ਔਰ ਰੋਸ ਵਜੋਂ ਤੇ ਉਹਨਾਂ ਬੱਚਿਆਂ ਦੀ ਸ਼ਰਧਾਂਜਲੀ ਜੋ ਮੂਲ ਨਿਵਾਸੀ ਭਾਈਚਾਰੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਦੀਆਂ ਬੇਨਾਮ ਕਬਰਾਂ ਸੀ, ਔਰ ਜਿਹੜੇ ਉਹਨਾਂ ਸਕੂਲਾਂ ਦੇ ਪੀੜਤ ਆ ਉਹਨਾਂ ਨੂੰ ਸ਼ਰਧਾਂਜਲੀ ਅਤੇ ਰੋਸ ਵਜੋਂ ਜਿਹੜਾ ਵਾ ਇਹ ਝੰਡੇ ਝੁਕਾਏ ਗਏ ਸੀ। ਜੋ ਹੁਣ ਤੱਕ ਜਿਹੜੀਆਂ ਕੈਨੇਡਾ ਦੀਆਂ ਸਰਕਾਰੀ ਬਿਲਡਿੰਗਾਂ ਉੱਤੇ ਝੰਡੇ ਜਿਹੜੇ ਆ ਅੱਧੇ ਉਹ ਝੁਕੇ ਹੋਏ ਨੇ, ਅੱਧ ਤੱਕ ਜਿਹੜੇ ਇਹ ਝੁੱਲ ਰਹੇ ਨੇ। ਸੋ ਹੁਣ ਜਿਹੜਾ ਵਾ ਲਗਾਤਾਰ ਇਸ ਮਾਮਲੇ ਤੇ ਚਰਚਾ ਚੱਲ ਰਹੀ ਸੀ, ਖਾਸ ਕਰਕੇ ਕੰਜ਼ਰਵੇਟਿਵ ਪਾਰਟੀ ਵੱਲੋਂ ਮਾਮਲਾ ਉਠਾਇਆ ਜਾ ਰਿਹਾ ਸੀ ਕਿ ਹੁਣ ਸਮਾਂ ਆ ਗਿਆ ਜਦੋਂ ਹੁਣ ਝੰਡੇ ਜਿਹੜੇ ਆ ਪੂਰੇ ਝੁਲਾ ਦੇਣੇ ਚਾਹੀਦੇ ਆ, ਉਹਨਾਂ ਨੂੰ ਪੂਰਾ ਚੜਾਇਆ ਜਾਣਾ ਚਾਹੀਦਾ, ਨਾ ਕਿ ਅੱਧ ਵਿਚਕਾਰ ਪੋਲ ਦੇ ਰੱਖਿਆ ਜਾਣਾ ਚਾਹੀਦਾ ਆ। ਸੋ ਉਸ ਤੋਂ ਬਾਅਦ ਫਿਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਤੇ ਸਰਕਾਰ ਵੱਲੋਂ ਇਸ ਮਾਮਲੇ ਤੇ ਫਿਰ ਮੂਲ ਨਿਵਾਸੀ ਭਾਈਚਾਰੇ ਦੇ ਲੀਡਰਾਂ ਨਾਲ ਜਿਹੜੀ ਉਹ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਹੁਣ ਲੱਗਦਾ ਕਿ ਇਹ ਸਹਿਮਤੀ ਬਣੀਆਂ ਜੋ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਇੱਕ ਵਾਰੀ ਫਿਰ 7 ਨਵੰਬਰ ਦੀ ਸ਼ਾਮ ਨੂੰ ਜਿਹੜੇ ਆ ਉਹ ਝੰਡੇ ਚੜਾ ਦਿੱਤੇ ਜਾਣਗੇ ਔਰ ਅਗਲੀ ਸਵੇਰ ਫਿਰ ਜਿਹੜੇ ਆ ਇਹ ਲਾ ਦਿੱਤੇ ਜਾਣਗੇ ਤੇ ਫਿਰ ਮੂਲ ਭਾਈਚਾਰੇ ਨੂੰ ਸਮਰਪਿਤ ਇੱਕ ਦਿਹਾੜਾ ਮਨਾਇਆ ਜਾਵੇਗਾ। ਉਸ ਤੋਂ ਬਾਅਦ ਫਿਰ ਰਿਮੈਂਬਰੈਂਸ ਡੇ ਨੂੰ ਜਿਹੜਾ ਫਿਰ ਝੁਕਾਏ ਜਾਣਗੇ ਤੇ ਉਸ ਤੋਂ ਬਾਅਦ ਜਿਹੜੇ ਆ ਫਿਰ ਝੰਡੇ ਰੇਸ ਜਿਹੜੇ ਆ ਉਹ ਕਰ ਦਿੱਤੇ ਜਾਣਗੇ। ਸੋ ਰਿਮੈਂਬਰੈਂਸ ਡੇ ਤੋਂ ਬਾਅਦ ਜੋ ਕਿ 11 ਨਵੰਬਰ ਨੂੰ ਮਨਾਇਆ ਜਾਂਦਾ ਹਰ ਸਾਲ, ਜੋ ਕਿ ਕੈਨੇਡਾ ਲਈ ਲੜਦਿਆਂ ਫੌਜੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਜਿਹੜੇ
ਜ਼ਖਮੀ ਹੋਏ, ਜਿਨ੍ਹਾਂ ਨੇ ਵੀ ਕੁਰਬਾਨੀਆਂ ਦਿੱਤੀਆਂ, ਚਾਹੇ ਉਹ ਵਰਲਡ ਵਾਰ ਫਸਟ ਹੋਵੇ ਜਾਂ ਦੂਜਾ ਹੋਵੇ, ਸਾਰਿਆਂ ਵਿੱਚ ਹੀ ਖਾਸ ਕਰਕੇ ਇਸ ਦੌਰਾਨ ਸਿੱਖ ਫੌਜੀਆਂ ਨੂੰ ਵੀ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਇਹ ਦੋਵੇਂ ਜੰਗਾਂ ਜਿਹੜੀਆਂ ਉਹ ਲੜੀਆਂ। ਸੋ ਉਸ ਤੋਂ ਬਾਅਦ ਜਿਹੜਾ ਵਾ ਫਿਰ ਇਹ ਦਿਹਾੜਾ ਮਨਾ ਕੇ ਤੇ ਇਹ ਝੰਡੇ ਜਿਹੜੇ ਆ ਉਹ ਪੱਕੇ ਚੁਲਾ ਦਿੱਤੇ ਜਾਣਗੇ। ਜੀ ਮਨਦੀਪ ਜੀ, ਜਿਸ ਤਰ੍ਹਾਂ ਦੀਵਾਲੀ ਦੇ ਉੱਪਰ ਵੀ ਕਰੋਨਾ ਵਾਇਰਸ ਦਾ ਅਸੀਂ ਦੇਖਿਆ ਪਿਛਲੇ ਸਾਲ ਵੀ ਅਸਰ ਪਿਆ ਸੀ, ਪਾਬੰਦੀਆਂ ਲਗਾਈਆਂ ਗਈਆਂ। ਹੁਣ ਬੜੇ ਉਤਸ਼ਾਹ ਦੇ ਨਾਲ ਕੈਨੇਡਾ ਦੇ ਵੱਖ-ਵੱਖ ਥਾਵਾਂ ਦੇ ਉੱਪਰ ਵੀ ਇਹ ਤਿਉਹਾਰ ਮਨਾਇਆ ਗਿਆ, ਪਰ ਬਰੈਂਪਟਨ ਵਾਸੀਆਂ ਨੂੰ ਖਾਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੋ ਕਿ ਪਟਾਕਿਆਂ ਦੇ ਨਾਲ ਜੁੜੀ ਹੋਈ ਸੀ। ਸੋ ਜਾਣਕਾਰੀ ਤੁਹਾਡੇ ਤੋਂ ਇਹ ਹਾਸਿਲ ਕਰਨਾ ਚਾਹਾਂਗੇ ਕਿ ਬਰੈਂਪਟਨ ਤੋਂ ਕਿਹੜੀ ਇਸ ਬਾਰੇ ਖਬਰ ਸਾਹਮਣੇ ਆ ਰਹੀ ਹੈ। ਬਿਲਕੁਲ ਜੀ, ਕਿਉਂਕਿ ਦੀਵਾਲੀ ਤੇ ਅਸੀਂ ਅਕਸਰ ਦੇਖਦੇ ਹਾਂ ਰੁਝਾਨ, ਕਿਉਂਕਿ ਇਹ ਹੁੰਦਾ ਹੈ ਕਿ ਪਟਾਕੇ ਚਲਾਉਣ ਦਾ, ਔਰ ਹੌਲੀ ਹੌਲੀ ਇਹ ਰੁਝਾਨ ਇੱਥੇ ਵੀ ਆ ਗਿਆ। ਭਾਰਤ ਦੇ ਵਿੱਚ ਵੀ ਅਸੀਂ ਹੁਣ ਖਬਰਾਂ ਇਸ ਵਕਤ ਦੇਖ ਰਹੇ ਹਾਂ ਕਿ ਉੱਥੇ ਪਟਾਕੇ ਚਲਾਉਣ ਤੋਂ ਬਾਅਦ ਕਿਸ ਤਰੀਕੇ ਨਾਲ ਦਿੱਲੀ ਵਰਗੇ ਜਾਂ ਵੱਡੇ ਸ਼ਹਿਰ, ਹੋਰ ਵੀ ਈਵਨ ਪੰਜਾਬ ਦੇ ਵਿੱਚ ਵੀ ਜਿਹੜੇ ਵੱਡੇ ਸ਼ਹਿਰ ਹੈਗੇ ਆ, ਉੱਥੇ ਅਗਲੀ ਸਵੇਰ ਕਿਸ ਤਰੀਕੇ ਨਾਲ ਧੂੰਆਂ ਛਾਇਆ ਹੁੰਦਾ ਆ, ਔਰ ਜਿਹੜੀ ਹਵਾ ਆ ਉਹ ਜ਼ਹਿਰੀਲੀ ਬਣੀ ਹੁੰਦੀ ਆ। ਸੋ ਕੈਨੇਡਾ ਦੇ ਵਿੱਚ ਵੀ ਜਿਹੜੇ ਆ ਪਟਾਕੇ ਚਲਾਏ ਜਾਂਦੇ ਆ, ਹਾਲਾਂਕਿ ਪਟਾਕੇ ਜਿਹੜੇ ਆ ਪੂਰੇ ਤਰੀਕੇ ਨਾਲ ਜਾਂਚ ਕੇ ਸਰਕਾਰ ਵੱਲੋਂ ਅਪਰੂਵ ਕੀਤੇ ਜਾਂਦੇ ਆ, ਫਿਰ ਉਹੀ ਵਿਕਦੇ ਆ। ਪਰ ਕਿਤੇ ਨਾ ਕਿਤੇ ਜਿਹੜਾ ਵਾ ਸ਼ੋਰ ਸ਼ਰਾਬਾ ਹੁੰਦਾ ਆ, ਜਾਂ ਫਿਰ ਵੀ ਕੁਛ ਨਾ ਕੁਛ ਪੋਲਿਊਸ਼ਨ ਜਿਹੜਾ ਉਹ ਜ਼ਰੂਰ ਹੁੰਦਾ ਆ। ਸੋ ਬਰੈਂਪਟਨ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਜੇਕਰ ਅਸੀਂ ਇੱਧਰ ਵੈਨਕੂਵਰ ਦੀ ਗੱਲ ਕਰੀਏ ਤਾਂ ਇੱਥੇ ਪਟਾਕੇ ਜਿਹੜੇ ਉਹ ਬੈਨ ਕਰ ਦਿੱਤੇ ਗਏ ਸੀ ਸਿਟੀ ਵੱਲੋਂ, ਪਰ ਉੱਥੇ ਪਟਾਕੇ ਜਿਹੜੇ ਆ ਉਹ ਬੈਨ ਨਹੀਂ ਕੀਤੇ ਗਏ ਸੀ। ਔਰ ਹਾਲਾਂਕਿ ਕੁਝ ਜਿਹੜੀਆਂ ਪਾਬੰਦੀਆਂ ਆ ਉਹ ਜ਼ਰੂਰ ਲਾਈਆਂ ਗਈਆਂ ਸੀ, ਔਰ ਕੁਝ ਇਸ ਤਰੀਕੇ ਦੀ ਪਾਬੰਦੀ ਵੀ ਸੀ ਕਿ ਜਿਹੜਾ ਪਟਾਕਾ 10 ਫੁੱਟ ਉੱਪਰ ਤੋਂ ਜਾਂਦਾ ਆ ਜਾਂ ਆਪਣੀ ਥਾਂ ਤੋਂ 10 ਫੁੱਟ ਅੱਗੇ ਜਾ ਕੇ ਚੱਲਦਾ ਆ, ਉਹ ਪਟਾਕੇ ਜਿਹੜੇ ਆ ਨਹੀਂ ਚਲਾਏ ਜਾ ਸਕਦੇ। ਪਰ ਇਹਦੇ ਬਾਵਜੂਦ ਵੀ ਬਰੈਂਪਟਨ ਤੋਂ ਇਹ ਖਬਰਾਂ ਸਾਹਮਣੇ ਆਈਆਂ ਨੇ, ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਆ ਕਿ ਲੋਕ ਜਿਹੜੇ ਆ ਸਵੇਰੇ 3 ਵਜੇ ਤੱਕ ਤੇ ਉਸ ਤੋਂ ਬਾਅਦ ਤੱਕ ਵੀ ਜਿਹੜੇ ਆ ਪਟਾਕੇ ਚਲਾਉਂਦੇ ਰਹੇ, ਜਿਸ ਕਰਕੇ ਜਿਨ੍ਹਾਂ ਲੋਕਾਂ ਨੇ ਕੰਮ ਤੇ ਜਾਣਾ ਸੀ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪਿਆ, ਕਿਉਂਕਿ ਵੀਕਐਂਡ ਤੇ ਜਿਹੜੀ ਇਹ ਦੀਵਾਲੀ ਨਹੀਂ ਆਈ ਆ, ਵੀਕ ਚੱਲਦੀ ਵਰਕਿੰਗ ਡੇਜ਼ ਦੇ ਵਿੱਚ ਜਿਹੜੀ ਦੀਵਾਲੀ ਇਹ ਮਨਾਈ ਗਈ। ਔਰ ਇਸ ਦੌਰਾਨ ਜਿਹੜੇ ਆ ਫਿਰ ਅਗਲੇ ਦਿਨ ਲੋਕਾਂ ਨੇ ਕੰਮ ਤੇ ਵੀ ਜਾਣਾ ਹੁੰਦਾ ਹੈ, ਟਾਈਮ ਨਾਲ ਉਹਨਾਂ ਨੇ ਨੀਂਦ ਲੈ ਕੇ ਪੂਰਾ ਆਰਾਮ ਕਰਕੇ ਫਿਰ ਅਗਲੇ ਦਿਨ ਕਈ ਵਾਰੀ ਵੇਲੇ ਨਾਲ ਉੱਠ ਕੇ ਕੰਮ ਤੇ ਜਾਣਾ ਹੁੰਦਾ। ਸੋ ਉਸ ਟਾਈਮ ਤੱਕ ਜਿਹੜੇ ਸੀ ਇਹ ਪਟਾਕੇ ਬਰੈਂਪਟਨ ਦੇ ਵਿੱਚ ਚੱਲਦੇ ਰਹੇ, ਜਿਹਦੀਆਂ ਸ਼ਿਕਾਇਤਾਂ ਜਿਹੜੀਆਂ ਕਾਫੀ ਆਈਆਂ ਨੇ। ਔਰ ਕੁਝ ਲੋਕਾਂ ਨੇ ਅੱਗੇ ਆ ਕੇ ਜਿਹੜੀ ਆ ਉਹ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਵੀ ਅਸੀਂ ਇਸ ਗੱਲ ਦੇ ਕੋਈ ਖਿਲਾਫ ਨਹੀਂ ਕਿ ਪਟਾਕੇ ਜਿਹੜੇ ਆ ਉਹ ਨਹੀਂ ਚਲਾਏ ਜਾਣੇ ਚਾਹੀਦੇ ਜਾਂ ਕਿਸੇ ਚੀਜ਼ ਨੂੰ ਸੈਲੀਬ੍ਰੇਟ ਨਹੀਂ ਕੀਤਾ ਜਾਣਾ ਚਾਹੀਦਾ। ਪਰ ਉਹ ਕਹਿੰਦੇ ਕਿ ਜਿਸ ਤਰੀਕੇ ਨਾਲ 3 ਵਜੇ ਤੱਕ ਜਾਂ 3 ਵਜੇ ਤੋਂ ਬਾਅਦ ਵੀ ਸਵੇਰ ਤੱਕ ਜਿਹੜੇ ਪਟਾਕੇ ਇਹ ਚੱਲਦੇ ਰਹੇ ਆ, ਉਹਦੇ ਨਾਲ ਜਿਨ੍ਹਾਂ ਲੋਕਾਂ ਨੇ ਕੰਮ ਤੇ ਜਾਣਾ ਸੀ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਰੀ ਵਿੱਚ ਉਸ ਤਰੀਕੇ ਨਾਲ ਜਿਹੜੇ ਪਟਾਕੇ ਨਹੀਂ ਚੱਲੇ ਆ, ਪਰ ਲੋਕਾਂ ਨੇ ਕੁਝ ਥਾਵਾਂ ਤੇ ਪਾਰਕਿੰਗਸ ਦੇ ਵਿੱਚ ਇਕੱਠੇ ਹੋ ਕੇ ਜਿਹੜੇ ਪਟਾਕੇ ਕਈ ਥਾਈਂ ਚਲਾਏ ਵੀ ਆ, ਜੋ ਖਬਰਾਂ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਆਮ ਤੌਰ ਤੇ ਬਹੁਤੇ ਲੋਕ ਇਸ ਗੱਲ ਤੇ ਸਹਿਮਤ ਸੀਗੇ ਕਿ ਪਟਾਕੇ ਚਲਾ ਕੇ ਜਿਹੜੀ ਉਹ ਦੀਵਾਲੀ ਨਹੀਂ ਮਨਾਈ ਜਾਣੀ ਚਾਹੀਦੀ, ਪਰ ਫਿਰ ਵੀ ਕੁਝ ਲੋਕ ਜਿਹੜੇ ਆ ਉਹਨਾਂ ਨੇ ਪਟਾਕੇ ਚਲਾ ਕੇ ਦੀਵਾਲੀ ਮਨਾਈ ਆ। ਤੇ ਬਰੈਂਪਟਨ ਤੋਂ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਉੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਪਟਾਕਿਆਂ ਕਰਕੇ। ਜੀ ਮਨਦੀਪ ਜੀ, ਅਗਲੀ ਜਿਹੜੀ ਖਬਰ ਹੈ ਉਹ ਵੀ ਬਰੈਂਪਟਨ ਦੇ ਨਾਲ ਜੁੜੀ ਹੋਈ ਹੈ। ਗੈਸ ਸਟੇਸ਼ਨ ਦੇ ਉੱਪਰ ਮੈਨੇਜਰ ਜਿਹੜੀ ਸੀਗੀ, ਜਿਸ ਦਾ ਨਾਮ ਵੀ ਪੁਲਿਸ ਵੱਲੋਂ ਜਨਤਕ ਕੀਤਾ ਗਿਆ, ਉਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਚੋਰੀ ਕੀਤੀ ਗਈ ਤੇ ਪੁਲਿਸ ਵੱਲੋਂ ਇਸ ਨੂੰ ਚਾਰਜ ਕੀਤਾ ਗਿਆ। ਸੋ ਇਸ ਬਾਰੇ ਤੁਹਾਡੇ ਤੋਂ ਅਸੀਂ ਜਾਣਕਾਰੀ ਹਾਸਿਲ ਕਰਨਾ ਚਾਹਾਂਗੇ। ਜੀ ਬਿਲਕੁਲ, ਇਸ ਮਾਮਲੇ ਵਿੱਚ ਜਿਸ ਨੂੰ ਚਾਰਜ ਕੀਤਾ ਗਿਆ ਉਸ ਦਾ ਨਾਮ ਨਿਸ਼ਾ ਦੱਸਿਆ ਗਿਆ, ਜਿਨ੍ਹਾਂ ਦੀ ਉਮਰ 24 ਸਾਲ ਆ। ਸੋ ਪੁਲਿਸ ਨੇ ਦੱਸਿਆ ਕਿ ਮੈਨੇਜਰ ਦੇ ਤੌਰ ਤੇ ਜਿਹੜਾ ਵਾ ਇਸ ਗੈਸ ਸਟੇਸ਼ਨ ਤੇ ਇਹ ਜਿਹੜੀ 24 ਸਾਲਾ ਜਿਹੜੀ ਲੜਕੀ ਆ ਉਹ ਕੰਮ ਕਰਦੀ ਸੀਗੀ, ਔਰ ਜੋ ਰਕਮ ਦੱਸੀ ਗਈ ਉਹ ਕਾਫੀ ਵੱਡੀ ਆ ਕਿ ਇਸ ਗੈਸ ਸਟੇਸ਼ਨ ਤੇ ਕੰਮ ਕਰਦਿਆਂ ਉਸ ਦੇ ਵੱਲੋਂ ਲਗਭਗ $2 ਲੱਖ ਦੇ ਕਰੀਬ ਦਾ ਜਿਹੜਾ ਕੈਸ਼ ਆ ਉਹ ਚੁਰਾਇਆ ਗਿਆ। ਔਰ ਇਹਦੇ ਵਿੱਚ ਕੈਸ਼ ਦੇ ਨਾਲ ਜਿਹੜਾ ਸੀ, ਕਿਉਂਕਿ ਗੈਸ ਸਟੇਸ਼ਨ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਤੰਬਾਕੂ ਦੇ ਪ੍ਰੋਡਕਟ ਜਾਂ ਸਿਗਰਟਸ ਜਿਹੜੀਆਂ ਉਹ ਵੀ ਪਈਆਂ ਹੁੰਦੀਆਂ ਨੇ, ਜੋ ਕਾਫੀ ਮਹਿੰਗੀਆਂ ਵੀ ਹੁੰਦੀਆਂ ਨੇ ਤੇ ਬਹੁਤ ਵੱਡੀ ਗਿਣਤੀ 'ਚ ਵਿਕਦੀਆਂ ਵੀ ਨੇ। ਸੋ ਉਹ ਜਿਹੜੇ ਪ੍ਰੋਡਕਟ ਆ ਉਹ ਵੀ ਚੋਰੀ ਕੀਤੇ ਗਏ ਸੀ, ਔਰ ਇਹਦੇ ਨਾਲ ਕੈਸ਼ ਦੀ ਚੋਰੀ ਵੀ ਹੋਈ ਆ। ਸੋ ਪਿਛਲੇ ਮਹੀਨੇ ਦੀ ਜਿਹੜੀ ਇਹ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਸੀ, ਜੋ ਕਿ ਹੱਲੇ ਵੀ ਚੱਲ ਰਹੀ ਆ, ਪਰ ਇਹਦੇ ਦੌਰਾਨ ਜਿਹੜਾ ਵਾ ਇਸ 24 ਸਾਲਾ ਜਿਹੜੀ ਲੜਕੀ ਆ ਉਹਨੂੰ ਚਾਰਜ ਕਰ ਲਿਆ ਗਿਆ, ਜੋ ਮੈਨੇਜਰ ਦੇ ਤੌਰ ਤੇ ਇਸ ਗੈਸ ਸਟੇਸ਼ਨ ਤੇ ਕੰਮ ਕਰਦੀ ਸੀ। ਸੋ ਇਸ ਦੇ ਬਾਰੇ ਹੁਣ ਇਹ ਵੀ ਪੁਲਿਸ ਪਤਾ ਲਗਾ ਰਹੀ ਆ ਕਿ ਆਖਰ ਕਿੰਨੇ ਸਮੇਂ ਤੋਂ ਇਸ ਤਰੀਕੇ ਨਾਲ ਚੱਲ ਰਿਹਾ ਸੀ, ਔਰ ਕੀ $2 ਲੱਖ ਹੀ ਜਿਹੜਾ ਵਾ ਉਹ ਗਾਇਬ ਹੋਇਆ ਜਾਂ ਇਸ ਤੋਂ ਵੀ ਜ਼ਿਆਦਾ, ਕਿਉਂਕਿ ਬਹੁਤ ਵੱਡੀ ਰਕਮ ਜੇ ਅਸੀਂ ਕਹੀਏ ਤਾਂ ਇਹ ਹੈਗੀ ਆ। ਸੋ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਹੋ ਸਕਦਾ ਕਿ ਥੋੜ੍ਹੀ ਕਰਕੇ ਜਿਹੜਾ ਇਹ ਕੈਸ਼ ਆ ਇਹ ਚੁਰਾਇਆ ਗਿਆ ਹੋਵੇ। ਸੋ ਇਸ ਸੰਬੰਧੀ ਜਾਂਚ ਜਿਹੜੀ ਉਹ ਚੱਲ ਰਹੀ ਆ। ਸੋ ਇਹਦੇ ਨਾਲ ਕੁਝ ਲੋਕਾਂ ਦੇ ਕੰਨ ਵੀ ਜ਼ਰੂਰ ਖੜੇ ਹੋਏ ਆ
ਪਰ ਜਿਹੜਾ ਵਾ ਮਾਮਲਾ ਇਹ ਜੋ ਸਾਹਮਣੇ ਆਇਆ ਉਹਦੇ ਤੇ ਜਾਂਚ ਵੀ ਚੱਲ ਰਹੀ ਹੈ। ਅਗਲੀ ਜਿਹੜੀ ਖਬਰ ਹੈ ਕੈਨੇਡਾ ਦੇ ਵਿੱਚ ਸ਼ਾਮਿਲ ਹੋਈਆਂ ਨੌਕਰੀਆਂ ਦੇ ਬਾਰੇ ਸਾਹਮਣੇ ਆਈ ਹੈ। ਸਟੈਟਿਸਟਿਕਸ ਕੈਨੇਡਾ ਨੇ ਅੰਕੜਾ ਪੇਸ਼ ਕੀਤਾ ਜਿਸ ਦੇ ਵਿੱਚ ਦੱਸਿਆ ਗਿਆ ਕਿ ਅਕਤੂਬਰ ਮਹੀਨੇ ਆਰਥਿਕਤਾ ਦੇ ਵਿੱਚ ਕਿੰਨੀਆਂ ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ। ਦੱਸਿਆ ਗਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਬੇਰੁਜ਼ਗਾਰੀ ਦਰ ਵੀ ਹੇਠ ਆਈ ਹੈ। ਮਨਦੀਪ ਜੀ, ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਕੀ ਨੌਕਰੀਆਂ ਦੇ ਬਾਰੇ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ। ਬਿਲਕੁਲ ਜੀ, ਜਿਹੜੀਆਂ ਨੌਕਰੀਆਂ, ਕਿਉਂਕਿ ਹਰ ਮਹੀਨੇ ਰਿਪੋਰਟ ਆਉਂਦੀ ਹੈ ਕਿ ਇਸ ਮਹੀਨੇ ਜਿਹੜੀਆਂ ਹੋਰ ਜੌਬਸ ਨੇ ਉਹ ਐਡ ਕੀਤੀਆਂ ਗਈਆਂ ਨੇ। ਸੋ ਇਸ ਵਾਰ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਅਕਤੂਬਰ ਦੇ ਵਿੱਚ 31000 ਜਿਹੜੀਆਂ ਜੌਬਸ ਉਹ ਐਡ ਹੋਈਆਂ ਨੇ। ਹਾਲਾਂਕਿ ਜੇਕਰ ਅਸੀਂ ਦੇਖੀਏ ਤਾਂ ਇਸ ਵਕਤ ਹਾਲਾਤ ਜਿਹੜੇ ਉਹ ਕੋਵਿਡ ਤੋਂ ਜਿਹੜੇ ਪਹਿਲਾਂ ਹੁੰਦੇ ਸੀ ਉਸ ਤਰੀਕੇ ਤੇ ਬਣਦੇ ਨਜ਼ਰ ਆ ਰਹੇ ਨੇ, ਕਿਉਂਕਿ ਬੇਰੁਜ਼ਗਾਰੀ ਦਰ ਜਿਹੜੀ ਉਹ 6.7% ਦੇ ਉੱਤੇ ਘਟ ਕੇ ਆ ਗਈ ਆ ਔਰ ਇੰਨੀ ਕੁ ਹੀ ਬੇਰੁਜ਼ਗਾਰੀ ਜਿਹੜੀ ਉਹ ਕੋਵਿਡ ਤੋਂ ਪਹਿਲੇ ਹਾਲਾਤਾਂ 'ਚ ਹੁੰਦੀ ਸੀ। ਪਰ ਜੇਕਰ ਅਸੀਂ ਜੌਬ ਗੇਨ ਦੇ ਮਾਮਲੇ ਵਿੱਚ ਦੇਖੀਏ ਤਾਂ ਸਤੰਬਰ ਦੇ ਵਿੱਚ 1,57,000 ਦੇ ਕਰੀਬ ਜਿਹੜੀਆਂ ਜੌਬਸ ਉਹ ਗੇਨ ਹੋਈਆਂ ਸੀਗੀਆਂ। ਸੋ ਉਹਦੇ ਮੁਕਾਬਲੇ ਜਿਹੜਾ ਇਹ ਬਹੁਤ ਘੱਟ ਨੇ ਜੋ ਅਕਤੂਬਰ ਦੇ ਵਿੱਚ ਹੋਈਆਂ ਨੇ। ਪਰ ਦੂਜੇ ਪਾਸੇ ਇਹ ਵੀ ਇਸ ਪੱਖ ਤੋਂ ਵੀ ਦੇਖਿਆ ਜਾ ਸਕਦਾ ਕਿ ਹੁਣ ਹਾਲਾਤ ਜਿਹੜੇ ਉਹ ਉੱਥੇ ਇੱਕ ਆ ਗਏ ਨੇ ਜਿੱਥੇ ਕੋਵਿਡ ਤੋਂ ਪਹਿਲਾਂ ਹੁੰਦੇ ਸੀਗੇ ਉਦੋਂ ਵੀ ਇੰਨੀ ਕੀ ਬੇਰੁਜ਼ਗਾਰੀ ਦਰ ਜਿਹੜੀ ਹੈ ਇਸੇ ਦਰ ਤੇ ਹੁੰਦੀ ਸੀਗੀ ਤੇ ਹੁਣ ਵੀ ਫੇਰ ਉਸੇ ਦਰ ਤੇ ਪਹੁੰਚ ਗਈ। ਜਦਕਿ ਜਦੋਂ ਲੋਕਡਾਊਨ ਲੱਗਿਆ ਸੀ ਤਾਂ ਇਹ ਜਿਹੜੀ ਦਰ ਆ ਬਹੁਤ ਉੱਪਰ ਚਲੀ ਗਈ ਸੀ ਔਰ ਕਈ ਮਿਲੀਅਨ ਲੋਕ ਜਿਹੜੇ ਉਹ ਬੇਰੁਜ਼ਗਾਰ ਹੋ ਗਏ ਸੀ, ਘਰ ਬੈਠ ਗਏ ਸੀਗੇ। ਪਰ ਜਿਉਂ ਹੌਲੀ ਹੌਲੀ ਫਿਰ ਹਦਾਇਤਾਂ ਜਿਹੜੀਆਂ ਪਾਬੰਦੀਆਂ ਲੱਗੀਆਂ ਸੀ ਉਹ ਹਟਣ ਲੱਗੀਆਂ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀਆਂ ਜੌਬਸ ਉਹ ਐਡ ਹੁੰਦੀਆਂ ਗਈਆਂ। ਸੋ ਹੁਣ ਜਿਹੜਾ ਵਾ ਇਸ ਵਕਤ ਹਾਲਾਤ ਪਹਿਲਾਂ ਵਰਗੇ ਬਣ ਗਏ ਨੇ। ਹਾਲਾਂਕਿ ਇੱਕ ਪਾਸੇ ਕੁਝ ਲੋਕਾਂ ਵੱਲੋਂ ਇਸ ਤਰੀਕੇ ਨਾਲ ਵੀ ਦੇਖਿਆ ਜਾਂਦਾ ਕਿ ਇਸੇ ਪੀਰੀਅਡ ਦੇ ਦੌਰਾਨ ਜਿਹੜੀਆਂ ਅਮਰੀਕਾ ਦੇ ਵਿੱਚ ਵੱਧ ਜੌਬਸ ਜਿਹੜੀਆਂ ਉਹ ਐਡ ਹੋਈਆਂ ਨੇ। ਪਰ ਅਮਰੀਕਾ ਦੇ ਹਾਲਾਤ ਇਸ ਕਰਕੇ ਵੱਖਰੇ ਕਿ ਉੱਥੇ ਥੋੜੀ ਆਬਾਦੀ ਵੀ ਜ਼ਿਆਦਾ ਆ, ਉੱਥੇ ਇੱਥੇ ਨਾਲੋਂ ਜਿਹੜੇ ਫਿਰ ਬਿਜ਼ਨਸ ਵੀ ਉਸ ਤਰੀਕੇ ਨਾਲ ਜ਼ਿਆਦਾ ਹੋ ਜਾਂਦੇ ਆ। ਸੋ ਉਸ ਪੱਖ ਤੋਂ ਵੀ ਦੇਖਿਆ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਕਿਉਂਕਿ ਜਿਸ ਤਰੀਕੇ ਨਾਲ ਜਿਹੜੇ ਆ ਬੈਨੀਫਿਟਸ ਜਿਹੜੇ ਆ ਉਹ ਖਤਮ ਕੀਤੇ ਗਏ ਸੀ, ਜਿਵੇਂ ਪਹਿਲਾਂ ਸਰਫ ਵਰਗੀ ਸਕੀਮ ਜਿਹੜੀ ਚੱਲ ਰਹੀ ਸੀ ਜਿਸ ਤਰੀਕੇ ਨਾਲ ਉਹਦਾ ਅੰਤ ਹੋ ਗਿਆ, ਉਸ ਤੋਂ ਬਾਅਦ ਇਹ ਸੀ ਕਿ ਜੌਬਸ ਲੋਕਾਂ ਨੂੰ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ, ਉਹਨਾਂ ਲੋਕਾਂ ਦਾ ਕੀ ਹੋਵੇਗਾ। ਇੱਥੇ ਬਜ਼ੁਰਗਾਂ ਸੰਬੰਧੀ ਥੋੜੀ ਖਬਰ ਜ਼ਰੂਰ ਆ ਰਹੀ ਹੈ ਕਿ ਉਹਨਾਂ ਨੂੰ ਜਿਹੜੀਆਂ ਇਹ ਸਰਫ ਵਰਗੀਆਂ ਸਕੀਮਾਂ ਦਾ ਫਾਇਦਾ ਮਿਲ ਰਿਹਾ ਸੀ ਉਹ ਬੰਦ ਹੋਣ ਨਾਲ ਜਿਹੜੀ ਉਹਨਾਂ ਦੀ ਮੰਥਲੀ ਇਨਕਮ ਆ ਉਹਦੇ ਉੱਤੇ ਕਾਫੀ ਜਿਹੜਾ ਮਾੜਾ ਅਸਰ ਆ ਉਹ ਪੈ ਰਿਹਾ ਆ ਜਾਂ ਪੈ ਸਕਦਾ ਆ। ਪਰ ਜੇਕਰ ਅਸੀਂ ਬੇਰੁਜ਼ਗਾਰੀ ਦੇ ਮਾਮਲੇ ਨਾਲ ਦੇਖੀਏ ਤਾਂ ਇਸ ਵਕਤ ਹਾਲਾਤ ਉੱਥੇ ਹੀ ਪਹੁੰਚ ਗਏ ਨੇ ਜਿੱਥੇ ਇਸ ਮਹਾਮਾਰੀ ਤੋਂ ਪਹਿਲਾਂ ਹੁੰਦੇ ਸੀ। ਜੀ ਮਨਦੀਪ ਜੀ, ਸਰੀ ਨਿਊਟਨ ਤੋਂ ਜੋ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਉਸ ਬਾਰੇ ਪੁਲਿਸ ਵੱਲੋਂ ਅਪਡੇਟ ਦਿੱਤੀ ਗਈ ਹੈ। ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਕੀ ਕਿਹਾ ਹੈ ਪੁਲਿਸ ਵੱਲੋਂ ਇਸ ਬਾਰੇ। ਬਿਲਕੁਲ ਜੀ, ਸਰੀ ਨਿਊਟਨ ਦੇ ਇਲਾਕੇ 'ਚ ਗੋਲੀ ਚੱਲਣ ਦੀ ਵਾਰਦਾਤ ਵਾਪਰੀ ਸੀ ਜਿਸ ਦੇ ਵਿੱਚ 2 ਵਿਅਕਤੀ ਜਿਹੜੇ ਉਹ ਜ਼ਖਮੀ ਹੋਏ ਸੀਗੇ। ਸੋ ਹੁਣ ਇਸ ਮਾਮਲੇ ਵਿੱਚ ਅਲਬਰਟਾ ਦੇ ਇੱਕ ਵਿਅਕਤੀ ਨੂੰ ਜਿਹਦੀ ਉਮਰ 42 ਸਾਲ ਦੱਸੀ ਜਾ ਰਹੀ ਆ ਉਸ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਹੁਣ ਦੱਸੀ ਹੈ ਪੁਲਿਸ ਨੇ। ਹਾਲਾਂਕਿ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਗਿਆ ਕਿ ਇਸ ਵਿਅਕਤੀ ਨੂੰ ਅਕਤੂਬਰ ਦੇ ਅੱਧ ਵਿੱਚ ਹੀ ਜਿਹੜਾ ਹਿਰਾਸਤ ਦੇ ਵਿੱਚ ਰੱਖ ਲਿਆ ਗਿਆ ਸੀ, ਪਰ ਹੁਣ ਉਸ ਨੂੰ ਜਿਹੜਾ ਚਾਰਜ ਹੈ ਇਸ ਮਾਮਲੇ ਵਿੱਚ ਕਰ ਲਿਆ ਗਿਆ ਔਰ ਚਾਰਜ ਕੀਤਾ ਗਿਆ ਕਿ ਕਤਲ ਦੀ ਕੋਸ਼ਿਸ਼, ਕਿਉਂਕਿ ਗੋਲੀ ਚਲਾਈ ਗਈ ਸੀ ਜਿਸ ਦੇ ਵਿੱਚ ਗੋਲੀ ਨਾਲ 2 ਵਿਅਕਤੀ ਜ਼ਖਮੀ ਹੋਏ ਸੀ ਔਰ ਹੋਰ ਵੀ ਕੁਝ ਮਾਮਲਿਆਂ ਵਿੱਚ ਉਸ ਵਿਅਕਤੀ ਨੂੰ ਚਾਰਜ ਜਿਹੜਾ ਆ ਉਹ ਕੀਤਾ ਗਿਆ ਵਾ। ਸੋ ਵਿਅਕਤੀ ਇਹ ਅਲਬਰਟਾ ਦਾ ਰਹਿਣ ਵਾਲਾ ਤੇ 42 ਸਾਲ ਇਹਦੀ ਉਮਰ ਜਿਹੜੀ ਆ ਉਹ ਦੱਸੀ ਜਾ ਰਹੀ ਹੈ। ਜੀ ਮਨਦੀਪ ਜੀ, ਕਈ ਥਾਵਾਂ ਦੇ ਉੱਪਰ ਕਈ ਸੂਬਿਆਂ ਦੇ ਵਿੱਚ ਪ੍ਰੂਫ ਆਫ ਵੈਕਸੀਨੇਸ਼ਨ ਲਿਆਂਦਾ ਜਾ ਰਿਹਾ ਹੈ, ਹੈਲਥ ਕੇਅਰ ਵਰਕਰਸ ਦੇ ਲਈ ਵੈਕਸੀਨ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ ਤੇ ਹੁਣ ਕਿਊਬੈਕ ਦੇ ਵੱਲੋਂ ਤਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਉਹਨਾਂ ਵੱਲੋਂ ਇਹ ਡ੍ਰੌਪ ਕੀਤਾ ਜਾ ਰਿਹਾ, ਕਹਿੰਦੇ ਅਸੀਂ ਆਪਣੇ ਹੈਲਥ ਕੇਅਰ ਵਰਕਰਸ ਨਹੀਂ ਗਵਾ ਸਕਦੇ। ਪਰ ਟੋਰਾਂਟੋ ਤੋਂ ਵੀ ਅੱਜ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਵੱਲੋਂ ਅਨਵੈਕਸੀਨੇਟਡ ਜਿਹੜੇ ਨੇ ਉਹਨਾਂ ਵਰਕਰਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ। ਸੋ ਕਿੰਨੇ ਜਿਹੜੇ ਵਰਕਰਸ ਨੇ ਇਸ ਦੇ ਨਾਲ ਪ੍ਰਭਾਵਿਤ ਹੋਏ ਹਨ? ਬਿਲਕੁਲ ਜੀ, ਸਿਟੀ ਆਫ ਟੋਰਾਂਟੋ ਵੱਲੋਂ ਇੱਕ ਜਿਹੜਾ ਵੱਡਾ ਫੈਸਲਾ ਉਹ ਲਿਆ ਗਿਆ ਔਰ ਉਹਨਾਂ ਨੇ ਆਪਣੇ 248 ਜਿਹੜੇ ਕਰਮਚਾਰੀ ਨੇ, ਮੁਲਾਜ਼ਮ ਨੇ, ਉਹਨਾਂ ਨੂੰ ਛੁੱਟੀ ਉੱਤੇ ਜਿਹੜਾ ਭੇਜ ਦਿੱਤਾ ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਹੈ ਤੇ ਇਸ ਸਸਪੈਂਸ਼ਨ ਤੋਂ ਬਾਅਦ ਉਹਨਾਂ ਨੂੰ ਜਿਹੜੀ ਪੇ ਵੀ ਉਹਨਾਂ ਦੀ ਜਿਹੜੀ ਉਹ ਨਹੀਂ ਮਿਲੇਗੀ ਔਰ ਕਿਉਂਕਿ ਉਹਨਾਂ ਨੇ ਹਾਲੇ ਤੱਕ ਜਿਹੜਾ ਆਪਣਾ ਪ੍ਰੂਫ ਆਫ ਵੈਕਸੀਨੇਸ਼ਨ ਆ ਉਹ ਨਹੀਂ ਦਿਖਾਇਆ ਔਰ ਉਹਨਾਂ ਨੂੰ ਸਮਾਂ ਜਿਹੜਾ ਦਿੱਤਾ ਗਿਆ ਉਹ ਦਸੰਬਰ ਦੇ ਅੱਧ ਤੱਕ ਦਿੱਤਾ ਗਿਆ। ਜੇਕਰ ਦਸੰਬਰ ਦੇ ਅੱਧ ਤੱਕ ਵੀ ਉਹ ਫੁੱਲੀ ਵੈਕਸੀਨੇਟਡ ਨਾ ਹੋਏ ਤਾਂ ਫਿਰ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਸੋ ਇਸ ਤਰੀਕੇ ਦੀ ਜਾਣਕਾਰੀ ਜਿਹੜੀ ਸਾਹਮਣੇ ਆਈ ਆ। ਹਾਲਾਂਕਿ ਜੇਕਰ ਅਸੀਂ ਕੁੱਲ ਮਿਲਾ ਕੇ ਦੇਖੀਏ ਤਾਂ ਜਿਹੜੇ ਆ 32000 ਦੇ ਜਿਹੜੇ ਕਰੀਬ ਆ ਲਗਭਗ, ਜੇਕਰ ਅਸੀਂ ਗੱਲ ਕਰੀਏ ਤਾਂ 99% ਤੋਂ ਵੱਧ ਜਿਹੜੇ ਸਿਟੀ ਆਫ ਟੋਰਾਂਟੋ ਦੇ ਮੁਲਾਜ਼ਮ ਆ ਉਹ ਵੈਕਸੀਨੇਟਡ ਜਿਹੜੇ ਉਹ ਹੋ ਚੁੱਕੇ ਨੇ ਔਰ ਉਹਨਾਂ ਸਾਰਿਆਂ ਨੇ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਆ
ਉਹ ਦਿਖਾ ਦਿੱਤਾ ਆ, ਆਪਣਾ ਜਮ੍ਹਾਂ ਕਰਵਾ ਦਿੱਤਾ ਆ। ਇਹ ਉਹਨਾਂ ਵਿੱਚੋਂ ਮਹਿਜ਼ ਜਿਹੜੇ 248 ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਵੈਕਸੀਨ ਹਲੇ ਤੱਕ ਨਹੀਂ ਲਗਵਾਈ ਆ। ਸੋ ਜੇਕਰ ਉਹਨਾਂ ਨੇ ਹੁਣ 15 ਦਸੰਬਰ ਤੱਕ ਅਸੀਂ ਕਹਿ ਸਕਦੇ ਹਾਂ, ਕਿਉਂਕਿ ਮਿਡ ਦਸੰਬਰ ਉੱਥੇ ਲਿਖਿਆ ਗਿਆ, ਔਰ ਉਦੋਂ ਤੱਕ ਜੇਕਰ ਉਹਨਾਂ ਨੇ ਪ੍ਰੂਫ ਆਫ ਵੈਕਸੀਨੇਸ਼ਨ ਦਾ ਜਿਹੜਾ ਪ੍ਰੂਫ ਆ ਨਹੀਂ ਦਿਖਾਇਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੀ ਨੌਕਰੀ ਜਿਹੜੀ ਆ ਉਹ ਚਲੀ ਜਾਵੇਗੀ। ਔਰ ਕਿਉਂਕਿ ਇੱਥੇ ਹਾਲਾਤ ਜਿਹੜੇ ਹੈਲਥ ਵਰਕਰ ਤੋਂ ਥੋੜੇ ਵੱਖਰੇ ਨੇ, ਕਿਉਂਕਿ ਹੈਲਥ ਵਰਕਰਸ ਦੀ ਕਮੀ ਜੇਕਰ ਪੈਦਾ ਹੁੰਦੀ ਹੈ ਤਾਂ ਉਹਦੇ ਨਾਲ ਹੋਰ ਬਹੁਤ ਸਾਰੀਆਂ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ ਨੇ। ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਉਹ ਸਿਹਤ ਸਹੂਲਤਾਂ ਮਿਲਣ ਤੋਂ ਜਿਹੜਾ ਉਹ ਵਾਂਝੇ ਰਹਿ ਸਕਦੇ ਆ। ਜਿਹੜੇ ਐਮਰਜੈਂਸੀ ਹਾਲਾਤ ਪੈਦਾ ਹੋ ਸਕਦੇ ਹਸਪਤਾਲਾਂ ਵਿੱਚ ਜੇਕਰ ਉਹ ਕਾਮਿਆਂ ਦੀ ਘਾਟ ਪੈਦਾ ਹੋ ਗਈ। ਸੋ ਇੱਕ ਵੱਡਾ ਜਿਹੜਾ ਉਹ ਕਦਮ ਸੀਗਾ ਜਿਸ ਤੋਂ ਬਾਅਦ ਆਪਣੇ ਫੈਸਲੇ ਤੋਂ ਪਿੱਛੇ ਮੁੜਨਾ ਪਿਆ। ਪਰ ਜੇਕਰ ਇਹਨਾਂ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਥਾਂ ਤੇ ਜੇਕਰ ਇੱਕ ਤਾਂ ਬਹੁਤ ਘੱਟ ਗਿਣਤੀ ਇਹਨਾਂ ਦੀ ਮਹਿਜ ਹਜ਼ਾਰਾਂ ਮਗਰ 248 ਮੁਲਾਜ਼ਮ ਨੇ, ਔਰ ਇਹਨਾਂ ਨੂੰ ਦੁਬਾਰਾ ਵੀ ਇਹਨਾਂ ਦੀ ਥਾਂ ਹੋਰਾਂ ਨੂੰ ਵੀ ਹਾਇਰ ਕੀਤਾ ਜਾ ਸਕਦਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਸੋਚ ਕੇ ਕਦਮ ਚੁੱਕੇ ਗਏ ਨੇ। ਸੋ ਵੱਡੀ ਕਾਰਵਾਈ ਹੋਈ ਆ। ਸੋ ਦੇਖਦੇ ਹਾਂ ਕਿ ਹੁਣ ਇਹਨਾਂ 248 ਵਿੱਚੋਂ ਕਿੰਨੇ ਵੈਕਸੀਨ ਜਿਹੜੇ ਉਹ ਲਗਵਾਉਂਦੇ ਆ ਤੇ ਉਸ ਤੋਂ ਬਾਅਦ ਕਿੰਨਿਆਂ ਨੂੰ ਫਾਇਰ ਕੀਤਾ ਜਾਂਦਾ, ਜਾਂ ਫਿਰ ਇਹ ਵੀ ਆਪਣਾ ਫੈਸਲਾ ਵਾਪਸ ਲੈਂਦੇ ਆ, ਇਹ ਵੀ ਦੇਖਣ ਵਾਲਾ ਹੋਵੇਗਾ। ਜੀ ਅਗਲੀ ਖਬਰ ਵੈਕਸੀਨ ਦੇ ਨਾਲ ਜੁੜੀ ਹੋਈ ਹੈ। ਮਾਰਚ ਮਹੀਨੇ ਦੇ ਵਿੱਚ ਜੌਨਸਨ ਟੀਕਾ ਹੈਲਥ ਕੈਨੇਡਾ ਵੱਲੋਂ ਮਨਜ਼ੂਰ ਤਾਂ ਕਰ ਦਿੱਤਾ ਗਿਆ, ਪਰ ਇਹ ਕਿਸੇ ਵੀ ਕੈਨੇਡੀਅਨ ਨੂੰ ਨਹੀਂ ਲਗਾਇਆ ਗਿਆ। ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਲਦੀ ਇਹ ਜਿਹੜਾ ਵੈਕਸੀਨ ਹੈ ਜੌਨਸਨ ਦਾ ਕੈਨੇਡਾ ਪਹੁੰਚੇਗਾ। ਮਨਦੀਪ ਜੀ, ਕੀ ਇਸ ਬਾਰੇ ਅਪਡੇਟ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਹਾਲਾਂਕਿ ਕੈਨੇਡਾ ਦੇ ਵਿੱਚ ਹੁਣ ਤਾਂ ਵੱਡੀ ਪੱਧਰ ਤੱਕ ਜਿਹੜੀ ਉਹ ਵੈਕਸੀਨੇਸ਼ਨ ਆ ਹੋ ਚੁੱਕੀ ਆ। ਅਸੀਂ ਕਹਿ ਸਕਦੇ ਹਾਂ ਕਿ ਲਗਭਗ 90% ਦੇ ਕਰੀਬ ਜਿਹੜਾ ਕੰਮ ਪਹੁੰਚਣ ਵਾਲਾ। ਜੇਕਰ ਅਸੀਂ BC ਪ੍ਰੋਵਿੰਸ ਦੀ ਗੱਲ ਕਰੀਏ ਤਾਂ ਉੱਥੇ ਤਾਂ 90% ਲਗਭਗ ਹੋ ਵੀ ਚੁੱਕਾ ਆ। ਪਰ ਇੱਥੇ ਹੁਣ ਚਰਚਾ ਇਹ ਹੈ ਕਿ ਜੌਨਸਨ ਐਂਡ ਜੌਨਸਨ ਦਾ ਟੀਕਾ ਜਦੋਂ ਆਇਆ ਸੀ ਤਾਂ ਇਹਦੇ ਨਾਲ ਵੀ ਇੱਕ ਛੋਟਾ ਜਿਹਾ ਵਿਵਾਦ ਜਿਹੜਾ ਉਹ ਜੁੜ ਗਿਆ ਸੀ, ਜਿਸ ਤੋਂ ਬਾਅਦ ਬਹੁਤਾ ਧਿਆਨ ਲੋਕਾਂ ਦਾ ਇੱਧਰ ਨਹੀਂ ਗਿਆ ਤੇ ਫਾਈਜ਼ਰ ਅਤੇ ਮੋਡਰਨਾ ਹੀ ਜਿਹੜੇ ਉਹ ਵੱਡੀ ਪੱਧਰ ਤੇ ਲੋਕਾਂ ਦੀ ਪਸੰਦ ਬਣੇ ਰਹੇ। ਸੋ ਹੁਣ ਜਿਹੜੇ ਡਾਕਟਰ ਟੈਮ ਨੇ ਉਹ ਕਹਿ ਰਹੇ ਆ ਕਿ ਟੀਕਾ ਜਿਹੜਾ ਉਹ ਆ ਰਿਹਾ ਵਾ ਕੈਨੇਡਾ ਦੇ ਵਿੱਚ। ਸੋ ਦੇਖਦੇ ਆ ਕਿ ਕਿੰਨੀ ਕੁ ਗਿਣਤੀ 'ਚ ਟੀਕੇ ਆਉਂਦੇ ਨੇ ਤੇ ਕਿੰਨੇ ਕੁ ਲੋਕਾਂ ਤੇ ਲੱਗਦੇ ਆ। ਸੋ ਇਹ ਤਾਂ ਲੋਕਾਂ ਤੇ ਵੀ ਹੋਏਗਾ, ਕਿਉਂਕਿ ਤੁਹਾਡੇ ਕੋਲ ਚੋਇਸ ਵੀ ਹੈਗੀ ਆ, ਤੁਸੀਂ ਕਿਹੜੀ ਵੈਕਸੀਨ ਲਗਵਾਉਣਾ ਚਾਹੁੰਦੇ ਹੋ, ਕਿਹੜੀ ਨਹੀਂ ਲਗਵਾਉਣਾ ਚਾਹੁੰਦੇ। ਸੋ ਇਹ ਹੁਣ ਲੋਕਾਂ ਤੇ ਨਿਰਭਰ ਕਰਦਾ ਕਿ ਉਹ ਕਿੰਨੇ ਇਸ ਦੇ ਟੀਕੇ ਜਿਹੜੇ ਉਹ ਲਗਵਾਉਂਦੇ ਆ, ਜਾਂ ਫਿਰ ਇਹ ਟੀਕੇ ਲੈ ਕੇ, ਕਿਉਂਕਿ ਕੈਨੇਡਾ ਵੱਲੋਂ ਟੀਕੇ ਦਾਨ ਵੀ ਕੀਤੇ ਜਾ ਰਹੇ ਨੇ, ਜਾਂ ਫਿਰ ਇਹ ਦਾਨ ਵਾਲੇ ਕੋਟੇ 'ਚ ਪਾਏ ਜਾਂਦੇ, ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ। ਜੀ ਅੱਛਾ ਮਨਦੀਪ ਜੀ, ਵੈਕਸੀਨ ਤਾਂ ਲਗਾਈ ਜਾ ਰਹੀ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ। ਇਸ ਸਮੇਂ ਜਿਹੜਾ ਟੀਕਾ ਹੈ ਉਹੀ ਵਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਕਰੋਨਾ ਵਾਇਰਸ ਦੇ ਖਿਲਾਫ। ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਫਾਈਜ਼ਰ ਵੱਲੋਂ ਇੱਕ ਗੋਲੀ ਤਿਆਰ ਕੀਤੀ ਗਈ ਹੈ, ਕਹਿੰਦੇ ਕਿ ਕਰੋਨਾ ਵਾਇਰਸ ਦੇ ਖਿਲਾਫ ਕਾਫੀ ਅਸਰਦਾਰ ਹੈ। ਇਹ ਜਿਹੜੀ ਫਾਈਜ਼ਰ ਵੱਲੋਂ ਪਿਲ ਲਿਆਂਦੀ ਗਈ ਹੈ, ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਜਦੋਂ ਹਲੇ ਵੈਕਸੀਨ ਦਾ ਰੌਲਾ ਚੱਲ ਰਿਹਾ ਸੀ, ਵੈਕਸੀਨ ਤਿਆਰ ਹੋ ਰਹੀ ਸੀ, ਉਦੋਂ ਕੁਝ ਲੋਕਾਂ ਵੱਲੋਂ ਇਹ ਵੀ ਪ੍ਰੈਡਿਕਟ ਕੀਤਾ ਜਾ ਰਿਹਾ ਸੀ, ਕਹਿੰਦੇ ਵੀ ਟੀਕਾ ਨਹੀਂ, ਇਹਦੀ ਕੋਈ ਗੋਲੀ ਜਿਹੜੀ ਆ ਉਹ ਆ ਸਕਦੀ ਹੈ, ਜਿਵੇਂ ਆਮ ਆਪਾਂ ਦਵਾਈ ਖਾਂਦੇ ਆ ਸ਼ਾਇਦ ਉਸ ਤਰੀਕੇ ਦੀ। ਪਰ ਉਸ ਤੋਂ ਪਹਿਲਾਂ ਜਿਹੜੇ ਆ ਉਹ ਟੀਕੇ ਤਿਆਰ ਹੋਏ, ਔਰ ਪੂਰੀ ਦੁਨੀਆ 'ਚ ਹੁਣ ਤੱਕ ਜਿਹੜੇ ਟੀਕੇ ਹੀ ਉਹ ਲੱਗ ਰਹੇ ਨੇ। ਪਰ ਹੁਣ ਅਸੀਂ ਕਹਿ ਲਈਏ ਤਾਂ ਗੋਲੀ ਦੀ ਜਿਹੜੀ ਗੱਲ ਹੈ ਉਹ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ, ਕਿਉਂਕਿ ਪਿਛਲੇ ਦਿਨੀ ਹਲੇ 1-2 ਦਿਨ ਹੀ ਹੋਇਆ ਇੰਗਲੈਂਡ ਦੇ ਵਿੱਚ ਇੱਕ ਮਰਕ ਕੰਪਨੀ ਵੱਲੋਂ ਜਿਹੜੀ ਆ ਉਹ ਗੋਲੀ ਤਿਆਰ ਕੀਤੀ ਗਈ ਸੀ, ਪਿਲ ਤਿਆਰ ਕੀਤੀ ਗਈ ਸੀ ਐਂਟੀ ਜਿਹੜੀ ਇਹ ਵਾਇਰਸ, ਔਰ ਉਹਨੂੰ ਅਪਰੂਵਲ ਵੀ ਜਿਹੜੀ ਉੱਥੇ ਦੇ ਦਿੱਤੀ ਗਈ ਸੀ, ਔਰ ਕਾਫੀ ਲੰਬਾ ਉਹਦਾ ਟ੍ਰਾਇਲ ਰਿਹਾ। ਪਰ ਹੁਣ ਫਾਈਜ਼ਰ ਵੱਲੋਂ ਜਿਹੜੀ ਆ ਪਿਲ ਤਿਆਰ ਕੀਤੀ ਗਈ ਆ, ਗੋਲੀ ਤਿਆਰ ਕੀਤੀ ਗਈ ਆ, ਫਾਈਜ਼ਰ ਵੱਲੋਂ ਇਹ ਦਾਅਵਾ ਹੈ ਕਿ ਉਹਦੇ ਨਾਲੋਂ ਵੀ ਇਹ ਜ਼ਿਆਦਾ ਇਫੈਕਟਿਵ ਆ। ਲਗਭਗ 89% ਜਿਹੜੀ ਦੱਸਿਆ ਜਾ ਰਿਹਾ ਕਿ ਇਹ ਇਫੈਕਟਿਵ ਆ, ਔਰ ਇੱਕ ਲੰਬੇ ਟ੍ਰਾਇਲ ਤੋਂ ਬਾਅਦ ਜਿਹੜੀ ਆ ਇਹ ਤਿਆਰ ਕੀਤੀ ਗਈ ਆ। ਹਾਲਾਂਕਿ ਕੈਨੇਡਾ ਅਤੇ ਅਮਰੀਕਾ ਵਿੱਚ ਇਹਦੇ ਬਾਰੇ ਹਾਲੇ ਕੋਈ ਬਹੁਤੀ ਚਰਚਾ ਨਹੀਂ ਹੋ ਰਹੀ ਹੈ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹਦਾ ਡਾਟਾ ਜਿਹੜਾ ਆ ਉਹ ਅਪਰੂਵ ਕਰਨ ਲਈ ਜਮ੍ਹਾਂ ਕਰਾਇਆ ਜਾਵੇਗਾ CDC ਕੋਲੋਂ ਅਮਰੀਕਾ ਦੇ ਵਿੱਚ, ਤੇ ਇੱਥੇ ਹੈਲਥ ਕੈਨੇਡਾ ਜਿਹੜੇ ਇਹਨੂੰ ਅਪਰੂਵ ਕਰਨਗੇ। ਹਾਲੇ ਇਹਦਾ ਪ੍ਰੋਸੈਸ ਵੀ ਸ਼ੁਰੂ ਨਹੀਂ ਹੋਇਆ, ਪਰ ਇੰਗਲੈਂਡ ਦੇ ਵਿੱਚ ਇਹ ਕੰਮ ਚੱਲ ਰਿਹਾ ਤੇ ਉਹਨਾਂ ਨੇ ਹਾਲੇ ਬੇਸ਼ੱਕ ਹਾਲੇ ਅਪਰੂਵਲ ਨਹੀਂ ਦਿੱਤੀ ਆ ਫਾਈਜ਼ਰ ਦੀ ਜਿਹੜੀ ਗੋਲੀ ਆ, ਪਰ ਇਹਦੇ ਨਾਲ ਉਹਨਾਂ ਨੇ 2.5 ਲੱਖ ਗੋਲੀ ਜਿਹੜੀ ਆ ਉਹ ਆਰਡਰ ਜ਼ਰੂਰ ਕਰ ਦਿੱਤੀ ਆ। ਸੋ ਇਹ ਵੀ ਕਿਹਾ ਜਾ ਰਿਹਾ ਕਿ ਟੀਕੇ ਨਾਲੋਂ ਸ਼ਾਇਦ ਕਈ ਥਾਵਾਂ ਤੇ ਵੱਧ ਇਫੈਕਟਿਵਨੈਸ ਹੋ ਸਕਦੀ ਆ। ਸੋ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਲਈ ਚੰਗੀ ਖਬਰ ਹੈ, ਜਿਹੜੇ ਲੋਕ ਟੀਕਾ ਲਵਾਉਣ ਤੋਂ ਕੋਈ ਡਰਦੇ ਨੇ, ਸੂਈ ਤੋਂ ਡਰਦੇ ਨੇ, ਕਿ ਉਹਨਾਂ ਦਾ ਹੁਣ ਗੋਲੀਆਂ ਖਾ ਕੇ ਵੀ ਗੁਜ਼ਾਰਾ ਹੋ ਸਕਦਾ ਹੈ ਕੋਵਿਡ ਤੋਂ। ਜੀ ਮਨਦੀਪ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ तमाम ਖਬਰਾਂ ਦੇ ਉੱਪਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਇਸ ਪ੍ਰੋਗਰਾਮ ਦੇ ਰਾਹੀਂ ਰੋਜ਼ਾਨਾ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਕੈਨੇਡਾ ਦੀਆਂ ਵੱਡੀਆਂ ਖਬਰਾਂ ਦੀ ਰੋਜ਼ਾਨਾ ਗੱਲਬਾਤ ਹੋਏਗੀ।
ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।